अस्सलाम वालेकुम दोस्तों ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ। ਸਾਡੇ ਨਾਲ ਇਟਲੀ ਤੋਂ ਇੱਕ ਦੋਸਤ ਆਏ ਨੇ ਜਿਹੜੇ ਇੱਥੇ ਜਰਮਨ 'ਚ ਆਏ ਨੇ ਔਰ ਜਰਮਨ 'ਚ ਆ ਕੇ ਕੰਮ ਕਰ ਰਹੇ ਨੇ ਔਰ ਪਰਮਾਨੈਂਟ ਇਹਨਾਂ ਕੋਲ ਰੈਜ਼ੀਡੈਂਸ ਪਰਮਿਟ ਵੀ ਹੈ। ਇਹਨਾਂ ਨਾਲ ਅਸੀਂ ਗੱਲ ਕਰਾਂਗੇ ਔਰ ਇਹਨਾਂ ਕੋਲ ਪੁੱਛਾਂਗੇ ਕਿ ਇਹਨਾਂ ਦਾ ਤਜਰਬਾ ਕੈਸਾ ਰਿਹਾ ਜਰਮਨੀ ਦੇ ਵਿੱਚ। ਇਹ ਇਟਲੀ ਤੋਂ ਤਸ਼ਰੀਫ ਲੈ ਕੇ ਆਏ ਸਨ। ਅੱਛਾ ਅਲੀ ਅਸਦ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਜਰਮਨੀ ਆਇਆ? ਮੈਨੂੰ ਤਕਰੀਬਨ 5.5 ਤੋਂ 6 ਸਾਲ ਹੋ ਗਏ ਨੇ ਤਕਰੀਬਨ। अच्छा 5.5-6 साल हो गए ने तुसी और तुहाडा तजर्बा कैसा रहा है? यानी इटली दी लाइफ और जर्मन दी लाइफ तुहानू की फर्क महसूस होया? ਇਟਲੀ ਦੇ ਵਿੱਚ ਉੱਥੇ ਮਤਲਬ ਇੱਕ ਤੇ ਲੋਕ ਇਕੱਠੇ ਹੋ ਕੇ ਜਿਹੜੇ ਰਹਿੰਦੇ ਨੇ ਉਹਨਾਂ ਦਾ ਮਤਲਬ ਰਿਹਾਇਸ਼ ਦਾ ਵੀ ਬੜੀ ਪ੍ਰੋਬਲਮ ਹੁੰਦੀ ਹੈ ਔਰ ਮਤਲਬ ਕੰਮਾਂ ਦਾ ਵੀ ਉੱਥੇ ਜਿਹੜਾ ਠੀਕ ਨਹੀਂ ਹੈ ਸਿਸਟਮ ਜਿਹੜਾ। अच्छा इत्थे जर्मन दे विच काम मिल जांदा है, ठीक है। कम्मा तुसी ये दसो, कम्मा दी पोजीशन दसो कि जर्मन तुसी आए हो काम करन वास्ते, ठीक है। इत्थे कम्मा दी की पोजीशन है? ਕੰਮ ਤੇ ਇੱਥੇ ਬੰਦਾ ਇੱਕ ਛੱਡੇ ਤੇ 10 ਕੰਮ ਪਿੱਛੇ ਹੁੰਦੇ ਨੇ। ਮਤਲਬ ਇੱਥੇ ਕੰਮ ਦੀ ਪ੍ਰੋਬਲਮ ਨਹੀਂ ਹੈ। ਇੱਥੇ ਬੰਦਾ ਜਿੰਨਾ ਚਾਹੇ ਬੰਦਾ ਕੰਮ ਕਰ ਸਕਦਾ ਔਰ ਜਿਸ ਤਰ੍ਹਾਂ ਦਾ ਚਾਹੇ ਬੰਦਾ ਕੰਮ ਕਰ ਸਕਦਾ। अच्छा एक और गल दसो, ਜਿਹੜਾ ਬੰਦਾ ਜਰਮਨ ਚ ਆਂਦਾ ਉਹਦੇ ਕੋਲ ਕਿਹੜਾ ਹੁਨਰ ਕਿਹੜਾ ਹੋਣਾ ਚਾਹੀਦਾ? ਕਿਸ ਕਿਸਮ ਦਾ ਹੁਨਰ ਹੋਵੇ ਤੇ ਉਹ ਜ਼ਿਆਦਾ ਕਾਮਯਾਬ ਹੈ ਔਰ ਜਿਹਦੇ ਕੋਲ ਕੋਈ ਵੀ ਹੁਨਰ ਨਹੀਂ ਆਇਆ ਉਹਦਾ ਵੀ ਨਿਜ਼ਾਮ ਇੱਥੇ ਚੱਲ ਜਾਂਦਾ ਕਿ ਨਹੀਂ? ਹੁਨਰ ਤੇ ਜਿਹੜਾ ਉਹ ਤੇ ਜਿਹੜਾ ਫਸਟ ਟਾਈਮ ਹੈ ਜ਼ਾਹਿਰ ਹੈ ਜਿਸ ਲਈ ਆ ਕੇ ਡਾਕੂਮੈਂਟ ਚੇਂਜ ਕਰਨੇ ਨੇ ਉਹਦੇ ਵਾਸਤੇ ਬੰਦੇ ਨੂੰ ਸਾਲ ਪਹਿਲਾਂ ਜਿਹੜਾ ਉਹ ਤੇ ਜ਼ਰੂਰੀ ਹੈ ਕਿਧਰੇ ਨਾ ਕਿਧਰੇ ਉਹ ਇੱਕ ਸਾਲ ਜਿਹੜਾ ਜ਼ਿਆਦਾਤਰ ਸਾਡੇ ਲੋਕ ਜਿਹੜੇ ਨੇ ਪੀਜ਼ਿਆਂ ਤੇ ਆ ਕੇ ਕੰਮ ਕਰਦੇ ਨੇ ਆਪਣੇ ਲੋਕਾਂ ਕੋਲੇ। ਉਹ ਜਿਸ ਲਈ ਇੱਕ ਸਾਲ ਜਿਹੜਾ ਬੰਦੇ ਦਾ ਨਿਕਲ ਗਿਆ ਉਸ ਤੋਂ ਬਾਅਦ ਬੰਦਾ ਆਜ਼ਾਦ ਹੈ। ਉਸ ਤੋਂ ਬਾਅਦ ਬੰਦਾ ਜਿਹੜੇ ਵੀ ਕਿਸੇ ਹੁਨਰ ਦੇ ਵਿੱਚ ਮਤਲਬ ਉਹ ਮਾਹਿਰ ਹੈ ਉਹ ਬੰਦਾ ਉਸ ਨੂੰ ਕੰਮ ਮਿਲੇਗਾ ਔਰ ਅਗਰ ਉਹ ਜ਼ਬਾਨ ਦੇ ਵਿੱਚ ਪਰਫੈਕਟ ਹੈ ਤੇ ਉਸ ਨੂੰ ਉਸ ਦਾ ਰੇਟ ਵੀ ਅੱਛਾ ਮਿਲੇਗਾ। ਅੱਛਾ ਅਲੀ ਅਸਦ ਸਾਹਿਬ, ਇਹ 5-6 ਸਾਲਾਂ 'ਚ ਮੇਰਾ ਖਿਆਲ ਹੈ ਤੁਹਾਡੀ ਤੀਸਰੀ ਜਾਂ ਚੌਥੀ ਜੌਬ ਹੈ, ਠੀਕ ਹੈ? ਤੀਸਰੀ ਹੈ ਕਿ ਚੌਥੀ ਹੈ? ਤਕਰੀਬਨ ਤੀਸਰੀ ਚੌਥੀ ਹੈ ਬਿਲਕੁਲ। ਹਾਂਜੀ। ਔਰ ਤੁਸੀਂ ਆਪਣੇ ਕੰਮ ਤੋਂ ਮੁਤਮਿਨ ਹੋ? ਯਾਨੀ ਕੰਮ ਆਸਾਨ ਹੈ, ਮੁਨਾਸਬ ਹੈ, ਕੋਈ ਜ਼ਿਆਦਾ ਦੌੜ ਭਾਈ ਤੇ ਨਹੀਂ ਹੁੰਦੀ? नहीं बिल्कुल नहीं है, बिल्कुल आसान है और मैं मुतमिन और बिल्कुल आसानी नाल काम कर रहा हूँ। और सैटरडे संडे ਤੁਸੀਂ ਛੁੱਟੀ ਵੀ ਕਰਦੇ ਹੋ? 2 ਛੁੱਟੀਆਂ ਵੀ? बिल्कुल 2 छुट्टियां। ਯਾਨੀ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੁਸੀਂ ਕੰਮ ਕਰਦੇ ਹੋ 5 ਦਿਨ? जी हाँ। ਅੱਛਾ ਰੀਅਸ ਸਾਹਿਬ ਇੱਕ ਹੋਰ ਦੱਸੋ, ਜਿਸ ਟਾਈਮ ਬੰਦਾ ਨਵਾਂ ਇਟਲੀ ਤੋਂ ਆਂਦਾ ਹੈ, ਸਪੇਨ ਤੋਂ ਆਂਦਾ ਹੈ, ਪੁਰਤਗਾਲ ਤੋਂ ਆਂਦਾ ਹੈ, ਇੱਥੇ ਜਰਮਨੀ ਆਂਦਾ ਹੈ ਤੇ ਉਹਨੂੰ ਨਾ ਆ ਕੇ ਦੇਸੀ ਬੰਦਿਆਂ ਕੋਲ ਕੰਮ ਕਰਨਾ ਪੈਂਦਾ ਹੈ, ਠੀਕ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਡਾਇਰੈਕਟ ਕਿਸੇ ਜਰਮਨ ਫਰਮ 'ਚ ਲੱਗ ਜਾਓ। ਯਾਨੀ ਲੋਕਾਂ ਨੂੰ ਕੰਮ ਮਿਲ ਵੀ ਜਾਂਦੇ ਨੇ ਲੇਕਿਨ ਇਹ ਕਿ ਉਹਦੇ ਚਾਂਸ ਬਹੁਤ ਘੱਟ ਹੁੰਦੇ ਨੇ। ਜ਼ਿਆਦਾਤਰ ਲੋਕ 90% ਲੋਕ ਜਿਹੜੇ ਨੇ ਉਹ ਆਪਣੇ ਦੇਸੀ ਲੋਕਾਂ ਕੋਲ ਕੰਮ ਕਰਨ ਆਉਂਦੇ ਨੇ। ਅੱਛਾ ਪਹਿਲਾ ਸਾਲ ਤੁਸੀਂ ਨਾ ਦੇਸੀ ਬੰਦੇ ਕੋਲ ਕੰਮ ਕਰਨਾ ਹੁੰਦਾ, ਜਿਸ ਟਾਈਮ 1 ਸਾਲ ਤੁਹਾਡਾ ਪੂਰਾ ਹੋ ਗਿਆ ਔਰ ਉਸ ਤੋਂ ਬਾਅਦ ਤੁਸੀਂ ਆਜ਼ਾਦ ਹੋ ਕਿ ਤੁਸੀਂ ਕਿਸੇ ਵੀ ਜਗ੍ਹਾ 'ਚ ਜਾ ਕੇ ਕੰਮ ਕਰ ਸਕਦੇ ਹੋ। ਇਹ ਦੱਸੋ ਕਿ 1 ਸਾਲ ਦੇਸੀ ਬੰਦੇ ਕੋਲ ਕੰਮ ਕਰਨ ਤੋਂ ਬਾਅਦ ਆਇਆ ਬੰਦੇ ਨੂੰ ਜਰਮਨ ਕਿਸੇ ਕੰਪਨੀ ਦੇ ਵਿੱਚ ਕੰਮ ਦੇਖਣਾ ਚਾਹੀਦਾ, ਜਰਮਨ ਫਰਮ 'ਚ ਕੰਮ ਦੇਖਣਾ ਚਾਹੀਦਾ ਜਾਂ ਅੱਗੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਦੇਸੀ ਨਾਲ ਹੀ ਨਿਜ਼ਾਮ ਚੱਲੇ? ਇਹ ਸਾਨੂੰ ਥੋੜ੍ਹਾ ਜਿਹਾ ਦੱਸੋ। ਨਹੀਂ ਫਿਰ ਤੇ ਬੈਸਟ ਤਰੀਕਾ ਤੇ ਇਹੀ ਹੈ ਕਿ ਬੰਦਾ ਕਿਧਰੇ ਜਰਮਨ ਕਿਸੇ ਕੰਪਨੀ ਦੇ ਵਿੱਚ ਬੰਦਾ ਟਰਾਈ ਕਰੇ ਔਰ ਜ਼ਾਹਿਰ ਆਪਣੇ ਲੋਕਾਂ ਕੋਲ ਰੇਟ ਵੀ ਨਹੀਂ ਮਿਲਦਾ, ਠੀਕ ਹੈ, ਔਰ ਕੰਮ ਵੀ ਜ਼ਿਆਦਾ ਕਰਨਾ ਪੈਂਦਾ। ਕੰਮ ਵੀ ਜ਼ਿਆਦਾ ਕਰਨਾ ਪੈਂਦਾ ਔਰ ਜਿਹੜਾ ਕਿਸੇ ਜਰਮਨ ਕੋਲੇ ਕਰਨਾ ਕੰਮ ਕਿਸੇ ਅੱਛੀ ਕੰਪਨੀ ਦੇ ਵਿੱਚ ਬੰਦੇ ਨੂੰ ਜੌਬ ਮਿਲ ਜੇ ਤੇ ਉਹ ਸਭ ਨਾਲੋਂ ਬੈਸਟ ਹੈ ਔਰ ਉੱਥੇ ਜ਼ਾਹਿਰ ਹੈ ਪ੍ਰਾਈਸ ਵੀ ਅੱਛੇ ਮਿਲਦੇ ਨੇ ਔਰ ਟਾਈਮ ਵੀ ਬਹੁਤ ਥੋੜ੍ਹਾ ਹੁੰਦਾ। ਅੱਛਾ ਅਲੀ ਸਾਹਿਬ ਇੱਕ ਹੋਰ ਦੱਸੋ ਕਿ ਜਿੰਨੀ ਤੁਸੀਂ ਲਾਈਫ ਗੁਜ਼ਾਰੀ ਹੈ ਇੱਥੇ, ਜਿਨ ਜਰਮਨ 'ਚ ਆ ਕੇ ਜਿਹੜਾ ਟਾਈਮ ਗੁਜ਼ਾਰਿਆ, ਤੁਸੀਂ ਆਪਣੇ ਇਸ ਟਾਈਮ ਤੋਂ ਮੁਤਮਿਨ ਹੋ? ਔਰ ਐਸੇ ਲੋਕ ਜਿਹੜੇ ਮੁਖਤਲਿਫ ਮੁਲਕਾਂ ਤੋਂ, ਜਿਹੜੇ ਯੂਰਪ ਦੇ ਮੁਖਤਲਿਫ ਮੁਲਕਾਂ ਤੋਂ ਇੱਥੇ ਜਰਮਨੀ ਆ ਕੇ ਕੰਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦਿਓਗੇ ਕਿ ਜਿਹੜੇ ਲੋਕ ਹਲੇ ਸੋਚ ਰਹੇ ਨੇ ਕਿ ਅਸੀਂ ਜਰਮਨੀ ਜਾਣਾ ਲੇਕਿਨ ਉਹ ਫੈਸਲਾ ਨਹੀਂ ਕਰ ਪਾਉਂਦੇ ਕਿ ਸਾਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ? ਇਹ ਥੋੜ੍ਹਾ ਜਿਹਾ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਆਇਆ ਲੋਕਾਂ ਨੂੰ ਇੱਥੇ ਜਰਮਨ ਆ ਕੇ ਕੰਮ ਕਰਨਾ ਚਾਹੀਦਾ? ਇੱਥੇ ਦਾ ਮਾਹੌਲ ਕੈਸਾ ਹੈ, ਯਾਨੀ ਲੋਕ ਕੈਸੇ ਨੇ, ਕੰਮਾਂ ਦੀ ਪੋਜੀਸ਼ਨ ਕੀ ਹੈ, ਓਵਰਆਲ ਤੁਸੀਂ ਮੁਤਮਿਨ ਹੋ? ਇਹ ਥੋੜ੍ਹਾ ਜਿਹਾ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਐਸੇ ਲੋਕ ਜਿਹੜੇ ਡਬਲ ਮਾਈਂਡਡ ਨੇ, ਠੀਕ ਹੈ, ਯਾਨੀ ਉਹਨਾਂ ਦਾ ਕੰਮ ਵੀ ਠੀਕ ਨਹੀਂ, ਆਪਣੀ ਲਾਈਫ ਤੋਂ ਮੁਤਮਿਨ ਵੀ ਨਹੀਂ ਔਰ ਉਹ ਜਰਮਨੀ ਆਉਣਾ ਵੀ ਚਾਹੁੰਦੇ ਨੇ ਲੇਕਿਨ ਉਹ ਫੈਸਲਾ ਨਹੀਂ ਕਰ ਪਾਉਂਦੇ। ਇਹਦੇ ਬਾਰੇ ਕੋਈ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਆਇਆ ਯਾਨੀ ਜਰਮਨ ਦੀ ਲਾਈਫ ਕੈਸੀ ਹੈ? ਜਰਮਨ ਦੀ ਲਾਈਫ ਜਿਹੜੀ ਹੈ ਤੇ ਇਟਲੀ ਨਾਲ ਤੇ ਬਹੁਤ ਅੱਛੀ ਹੈ ਕਿਉਂਕਿ ਉੱਥੇ ਪਹਿਲੀ ਤਾਂ ਗੱਲ ਹੈ ਜਿਸ ਤਰ੍ਹਾਂ ਹੁਣ ਅਸੀਂ ਇਟਲੀ ਤੋਂ ਆਏ ਹਾਂ ਉਧਰ ਪਤਾ ਜੇ ਕੰਮਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇੱਕ ਦਫਾ ਕੰਮ ਬੰਦੇ ਕੋਲੋਂ ਨਿਕਲ ਜੇ ਨਾ ਤੇ ਨਾ ਕਰਦਿਆਂ ਵੀ 6 ਮਹੀਨੇ ਸਾਲ ਤੇ ਬੰਦੇ ਨੂੰ ਮਿਲਦਾ ਹੀ ਨਹੀਂ ਕੰਮ। ਤੇ ਜ਼ਾਹਿਰ ਹੈ ਉੱਥੇ ਬੰਦੇ ਮੁਤਮਿਨ ਨਹੀਂ ਹਨ ਜ਼ਹਿਨੀ ਤੌਰ 'ਤੇ ਨਾ, ਤੇ ਉਸ ਤੋਂ ਬਾਅਦ ਫਿਰ ਬੰਦੇ ਦਾ ਆਪਣਾ ਜ਼ਹਿਨ ਵੀ ਮੁਤਮਿਨ ਨਹੀਂ ਹੁੰਦਾ ਇੱਧਰ ਆਉਣ ਨੂੰ
ਬਾਅਦ ਲੋਕ ਸੋਚੀ ਪਏ ਰਹਿੰਦੇ ਨੇ ਵੀ ਉੱਥੇ ਜਾਵਾਂਗੇ ਪਤਾ ਨਹੀਂ ਸਾਨੂੰ ਕੋਈ ਸਪੋਰਟ ਮਿਲੇਗੀ ਨਹੀਂ ਮਿਲੇਗੀ। ਤੇ ਮੇਰੇ ਹਿਸਾਬ 'ਚ ਤੇ ਬੰਦੇ ਨੂੰ ਰਿਸਕ ਲੈਣਾ ਚਾਹੀਦਾ। ਰਿਸਕ ਅਗਰ ਬੰਦਾ ਨਾ ਲਵੇਗਾ ਤੇ ਕਾਮਯਾਬ ਨਹੀਂ ਹੁੰਦਾ। ਬਿਲਕੁਲ ਠੀਕ ਹੈ। ਤੇ ਜੇ ਬੰਦਾ ਰਿਸਕ ਲਵੇਗਾ, ਜ਼ਾਹਿਰ ਹੈ ਇੱਥੇ ਇਹ ਮੁਲਕ ਐਸਾ ਹੈ ਕਿ ਇੱਥੇ ਬੰਦੇ ਨੂੰ ਨਾਕਾਮੀ ਦਾ ਚਾਂਸ ਬਹੁਤ ਘੱਟ ਨੇ। ਵੈਰੀ ਗੁੱਡ। ਉਹ ਇਸ ਵਾਸਤੇ ਕਿ ਇੱਥੇ ਕੰਮਾਂ ਦੇ ਹਾਲਾਤ ਬਹੁਤ ਅੱਛੇ ਨੇ ਔਰ ਲੋਕ ਵੀ ਬਹੁਤ ਅੱਛੇ ਨੇ, ਐਡੇ ਮਾੜੇ ਨਹੀਂ ਹਨ। ਔਰ ਜਿਹੜੀ ਪੇ ਹੈ ਉਹ ਵੀ ਅੱਛੀ ਹੈ। ਪੇਮੈਂਟ ਤੇ ਇਟਲੀ ਨਾਲ ਤੇ ਬਹੁਤ ਅੱਛੀ ਹੈ ਨਾ, ਠੀਕ ਹੈ। ਕਿਉਂਕਿ ਉੱਥੇ ਜ਼ਾਹਿਰ ਫੈਕਟਰੀਆਂ ਜਿਹੜੀਆਂ ਪੁਰਾਣੇ ਲੋਕ ਲੱਗੇ ਨੇ, ਉਹ ਮਤਲਬ ਉਹਨਾਂ ਦੇ ਬਰਾਬਰ ਇੱਥੇ ਨਵਾਂ ਬੰਦਾ ਆ ਕੇ ਪੈਸੇ ਲੈ ਸਕਦਾ ਇਹਨਾਂ ਕੋਲ। ਠੀਕ ਹੈ। ਅੱਛਾ ਅਲੀ ਸਾਹਿਬ ਇੱਕ ਹੋਰ ਗੱਲ ਦੱਸੋ, ਇਹ ਲੈਂਗੁਏਜ ਜਿਹੜੀ ਹੈ, ਲੈਂਗੁਏਜ ਕਿੰਨੀ ਜ਼ਰੂਰੀ ਹੈ? ਇਹ ਜਿਸ ਟਾਈਮ ਬੰਦੇ ਨੂੰ 1 ਸਾਲ ਹੋ ਗਿਆ, ਜ਼ਾਹਿਰ ਹੈ ਉਹ ਆਪਣੇ ਦੇਸੀ ਬੰਦਿਆਂ ਕੋਲ ਰਿਹਾ, ਲੈਂਗੁਏਜ ਸਿੱਖ ਨਹੀਂ ਸਕਿਆ ਔਰ ਕੰਮ ਸ਼ੁਰੂ ਕਰਤਾ। ਉਸ ਤੋਂ ਬਾਅਦ ਉਹਨੇ ਜ਼ਾਹਿਰ ਹੁਣ ਕਿਸੇ ਹੋਰ ਫਰਮ 'ਚ ਜਾਣਾ, ਸਾਲ ਬਾਅਦ ਕਿਸੇ ਜਰਮਨ ਕੰਪਨੀ 'ਚ, ਤੇ ਉਸ ਤੋਂ ਬਾਅਦ ਯਾਨੀ ਜ਼ਾਹਿਰ ਉੱਥੇ ਲੈਂਗੁਏਜ ਚਾਹੀਦੀ ਹੋਏਗੀ। ਤੇ ਲੈਂਗੁਏਜ ਕਿੰਨੀ ਜ਼ਰੂਰੀ ਹੈ ਔਰ ਬੰਦੇ ਨੂੰ ਸਿੱਖਣੀ ਚਾਹੀਦੀ ਹੈ? ਜ਼ਾਹਿਰ ਹੈ ਕਿਸੇ ਵੀ ਮੁਲਕ ਦੇ ਵਿੱਚ ਕਾਮਯਾਬ ਹੋਣ ਵਾਸਤੇ ਤੇ ਸਭ ਤੋਂ ਪਹਿਲੀ ਚੀਜ਼ ਹੀ ਜ਼ੁਬਾਨ ਹੈ। ਠੀਕ ਹੈ। ਜਿਤਨੀ ਦੇਰ ਤੱਕ ਤੇ ਅਸੀਂ ਆਪਣੇ ਦੇਸੀ ਬੰਦਿਆਂ ਕੋਲੇ ਕੰਮ ਕਰਨੇ, ਉਨੀ ਦੇਰ ਤੱਕ ਤੇ ਬੰਦਾ ਕਾਮਯਾਬ ਤੇ ਨਹੀਂ ਹੁੰਦਾ। ਲੇਕਿਨ ਇਹ ਹੈ ਕਿ ਕਾਰਡ ਅਗਰ ਬੰਦੇ ਨੂੰ ਮਿਲ ਗਿਆ ਇੱਥੇ ਦਾ ਕਿ ਜਿਹੜੀ ਜਿਸ ਤਰ੍ਹਾਂ ਸਜੋਰਨੋ ਕਹਿੰਦੇ ਨੇ ਇਟਲੀ ਵਾਲੇ, ਔਰ ਇੱਥੇ ਹਾਊਸ ਵਾਈਫ ਹੈ, ਤੇ ਉਹ ਜਿੰਨੀ ਦੇਰ ਉਹ ਕੋਲੇ ਤੇ ਹੁੰਦੀ ਹੈ ਲੇਕਿਨ ਬੰਦਾ ਕਾਮਯਾਬ ਨਹੀਂ ਹੁੰਦਾ। ਲੇਕਿਨ ਕਾਮਯਾਬ ਬੰਦਾ ਉਦੋਂ ਹੀ ਹੁੰਦਾ ਜਦੋਂ ਬੰਦਾ ਆਪੂ ਖੁਦ ਕਿਸੇ ਪਾਸੇ ਚੱਲ ਕੇ ਜਾਏ ਔਰ ਖੁਦ ਬੰਦਾ ਕਿਸੇ ਨਾਲ ਗੱਲਬਾਤ ਕਰੇ ਔਰ ਬੰਦਾ ਉਹ ਜ਼ੁਬਾਨ ਜਿਹੜੀ ਹੈ ਮਤਲਬ ਖੁਦ ਬੋਲੇ, ਤੇ ਉਸ ਹਿਸਾਬ ਤੇ ਫਿਰ ਬੰਦੇ ਨੂੰ ਜ਼ਾਹਿਰ ਉਹਦਾ ਕ੍ਰੈਡਿਟ ਵੀ ਮਿਲਦਾ ਹੈ, ਉਹਨੂੰ ਰੇਟ ਵੀ ਉਸ ਹਿਸਾਬ ਤੇ ਮਿਲਦਾ ਹੈ ਅੱਗੋਂ। ਉਹ ਬੰਦਾ ਅਗਰ ਕੋਈ ਕਾਰੀਗਰ ਹੈ ਤੇ ਜ਼ਾਹਿਰ ਹੈ ਉਹ ਜ਼ੁਬਾਨ ਦੇ ਨਾਲ ਅਗਲਿਆਂ ਨੂੰ ਵੀ ਮੁਤਮਿਨ ਕਰ ਸਕੇਗਾ ਔਰ ਕੰਮ ਦੇ ਨਾਲ। ਅੱਛਾ ਅਲੀ ਸਾਹਿਬ ਇੱਕ ਹੋਰ ਗੱਲ ਦੱਸੋ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਦੇਸੀ ਬੰਦੇ ਨਾਲ ਕੰਮ ਕਰਦੇ ਨੇ, ਠੀਕ ਹੈ, ਰੈਸਟੋਰੈਂਟ 'ਚ ਲੱਗੇ ਨੇ, ਉਸ ਤੋਂ ਬਾਅਦ ਉਹ ਕੰਮ ਛੱਡ ਕੇ ਨਾ ਹੁਣ ਕੰਮ ਚੇਂਜ ਕਰਨਾ ਚਾਹੁੰਦੇ ਨੇ ਔਰ ਇੱਕ ਵਕਤ ਆਉਂਦਾ ਕਿ ਲੋਕ ਲੈਂਗੁਏਜ ਵੀ ਸਿੱਖ ਲੈਂਦੇ ਨੇ। ਲੈਂਗੁਏਜ ਵੀ ਸਿੱਖ ਲਈ, ਲੈਂਗੁਏਜ ਸਿੱਖਣ ਤੋਂ ਬਾਅਦ 2-3 ਬੰਦੇ ਕੋਲ ਓਪਰਚੁਨਿਟੀਜ਼ ਹੁੰਦੀ ਹੈ। ਇੱਕ ਜਾਂ ਤਾਂ ਬੰਦਾ ਟੈਕਸੀ ਚਲਾ ਲੇ ਜਾਂ ਬੰਦਾ ਸਿਕਿਉਰਿਟੀ ਦਾ ਕੰਮ ਕਰ ਲੇ। ਹੁਣ ਡਰਾਈਵਿੰਗ ਲਾਇਸੈਂਸ ਜਿਸ ਬੰਦੇ ਕੋਲ ਹੈ ਉਹ ਤਾਂ ਟੈਕਸੀ ਚਲਾ ਲੇਗਾ, ਜਿਸ ਬੰਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਉਹ ਸਿਕਿਉਰਿਟੀ ਦੀ ਜੌਬ ਜਿਹੜਾ ਨਾ ਉਹ ਕਰਨਾ ਚਾਹੇ, ਤੇ ਆਇਆ ਤੁਹਾਨੂੰ ਕੋਈ ਸਕੋਪ ਨਜ਼ਰ ਆਉਂਦਾ ਕਿ ਸਿਕਿਉਰਿਟੀ ਦੀ ਜੌਬ ਕੈਸੀ ਹੈ, ਅੱਛੀ ਹੈ ਔਰ ਉਹ ਬੰਦੇ ਨੂੰ ਕਰਨੀ ਚਾਹੀਦੀ ਹੈ ਕਿ ਨਹੀਂ, ਅਗਰ ਬੰਦੇ ਨੂੰ ਲੈਂਗੁਏਜ ਆਉਂਦੀ ਹੋਵੇ ਤਾਂ? ਮੇਰੇ ਖਿਆਲ ਹੈ ਕਿ ਜਿਹੜਾ ਸਿਕਿਉਰਿਟੀ ਦਾ ਕੰਮ ਹੈ ਤੇ ਬਹੁਤ ਅੱਛਾ ਕੰਮ ਹੈ। ਆਪਣੀ ਮਰਜ਼ੀ ਦੇ ਮੁਤਾਬਕ ਬੰਦਾ ਚੱਲ ਫਿਰ ਸਕਦਾ ਹੈ ਔਰ ਜਿਸਲੇ ਥੱਕ ਜੇ ਬੰਦਾ ਬਹਿ ਵੀ ਸਕਦਾ ਹੈ। ਕੋਈ ਮਜ਼ਦੂਰੀ ਵਾਲਾ ਕੰਮ ਵੀ ਨਹੀਂ ਹੈ ਔਰ ਸਿਰ ਦੇ ਉੱਪਰ ਕੋਈ ਜਿਹੜਾ ਨਾ ਉਹ ਬੋਝ ਵੀ ਨਹੀਂ ਹੈ, ਮਤਲਬ ਕੋਈ ਸਿਰ ਦੇ ਉੱਤੇ ਬੰਦਾ ਖਲੋਤੇ ਹੈ ਵੀ ਹਾਂ ਬੌਸ ਨਹੀਂ ਹੈ ਵੀ ਤੁਸੀਂ ਜ਼ਰੂਰੀ ਤੁਸੀਂ ਇੱਥੋਂ ਇਹ ਚੀਜ਼ ਚੁੱਕਣੀ ਹੈ, ਧਰਨੀ ਹੈ, ਜਾਂ ਜਿਸ ਤਰ੍ਹਾਂ ਮਜ਼ਦੂਰੀ ਕਰੀ ਦੀ ਹੈ। ਬਿਲਕੁਲ ਸਹੀ। ਤੇ ਜ਼ਾਹਿਰ ਹੈ ਬੰਦਾ ਇਹਦੇ ਵਿੱਚ ਆਜ਼ਾਦ ਹੈ। ਅਗਰ ਇਹ ਕੰਮ ਬੰਦਾ ਕੋਈ ਕਰੇਗਾ ਤੇ ਉਹ ਮੇਰਾ ਖਿਆਲ ਹੈ ਕਿ ਅੱਛਾ ਇੱਕ ਹੋਰ ਗੱਲ ਹੈ ਕਿ ਜਿਸ ਟਾਈਮ ਇੱਕ ਹੋਰ ਗੱਲ ਹੈ ਜਿਸ ਟਾਈਮ ਬੰਦਾ ਫੈਕਟਰੀ 'ਚ ਕੰਮ ਕਰ ਰਿਹਾ ਹੁੰਦਾ ਨਾ ਜਾਂ ਕਿਸੇ ਕੰਪਨੀ ਜਾ ਕੇ ਕੰਮ ਕਰ ਰਿਹਾ, ਤੇ ਉੱਥੇ ਨਾ ਉਹ ਰੂਲਾ ਜਿਹਾ ਚੱਲ ਰਿਹਾ ਹੁੰਦਾ ਜਿਹਦੇ ਚੀਜ਼ਾਂ ਆ ਰਹੀਆਂ ਨੇ ਜਾ ਰਹੀਆਂ ਨੇ, ਤੇ ਉੱਥੇ ਇੱਕ ਲਫ਼ਜ਼ ਇਸਤੇਮਾਲ ਕਰਦੇ ਨੇ ਸ਼ਨੇਲ, ਸ਼ਨੇਲ, ਠੀਕ ਹੈ। ਤੇ ਉਹ ਕਈ ਦਫਾ ਸਾਡੇ ਤੇ ਤਾਂ ਮਾੜੇ ਬੰਦੇ ਨੂੰ ਨਾ ਸ਼ਨੇਲ ਵਾਲੇ ਲਫ਼ਜ਼ ਤੋਂ ਬੜੀ ਖਿੱਚ ਦਿੰਦੀ ਹੈ ਕਿ ਯਾਰ ਹੁਣ ਆਪਣੀ ਇਸਤਤਾਅਤ ਦੇ ਮੁਤਾਬਕ ਕੰਮ ਕਰਦੇ ਰਹੇ ਆ, ਹੁਣ ਕਿੰਨਾ ਕੁ ਸ਼ਨੇਲ ਕਰ ਲਈਏ। ਸ਼ਨੇਲ ਦਾ ਮਤਲਬ ਹੁੰਦਾ ਤੇਜ਼ੀ ਨਾਲ, ਤੇ ਉਹ ਕਹਿੰਦੇ ਨੇ ਸ਼ਨੇਲ, ਸ਼ਨੇਲ। ਤੇ ਮੇਰਾ ਖਿਆਲ ਸਿਕਿਉਰਿਟੀ ਦਾ ਇੱਕ ਐਸਾ ਕੰਮ ਹੈ ਜਿਹਦੇ 'ਚ ਨਾ ਕੋਈ ਬੰਦਾ ਤੁਹਾਨੂੰ ਸ਼ਨੇਲ ਸ਼ਨੇਲ ਨਹੀਂ ਆਖੇਗਾ, ਬਲਕਿ ਉਹ ਆਖਣਗੇ ਰੂਹ ਹੈ ਕਿ ਆਰਾਮ ਨਾਲ ਕੰਮ ਕਰੋ। ਠੀਕ ਹੈ ਜੀ। ਅੱਛਾ ਨਾਜ਼ਰੀਨ, ਤੁਸੀਂ ਇੰਟਰਵਿਊ ਸੁਣਿਆ ਅਲੀ ਅਸਦ ਸਾਹਿਬ ਦਾ। ਅਸੀਂ ਕੋਸ਼ਿਸ਼ ਕੀਤੀ ਹੈ ਕਿ 2-4 ਗੱਲਾਂ ਅਸੀਂ ਇਹਨਾਂ ਕੋਲ ਕਢਾ ਸਕੀਏ ਕਿਉਂਕਿ ਇਹ ਇਟਲੀ ਤੋਂ ਆਏ ਸਨ ਔਰ ਉਹਨਾਂ ਦੀ ਲਾਈਫ ਦਾ ਕੈਸਾ ਤਜਰਬਾ ਸੀ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਅੱਜ ਦੀ ਵੀਡੀਓ ਜਿਹੜਾ ਨਾ ਐਸੇ ਲੋਕ ਜਿਹੜੇ ਹਲੇ ਸੋਚ ਰਹੇ ਨੇ ਜਰਮਨ ਆਉਣ ਦੇ ਬਾਰੇ, ਉਹਨਾਂ ਦਾ ਥੋੜ੍ਹਾ ਜਿਹਾ ਮਜ਼ੀਦ ਜਿਹੜਾ ਨਾ ਮਾਈਂਡ ਉਹ ਮੇਕਅਪ ਕਰੀਏ ਔਰ ਉਸ ਨੂੰ ਅਸੀਂ ਥੋੜ੍ਹਾ ਜਿਹਾ ਬੂਸਟ ਕਰ ਦਈਏ ਕਿ ਬੰਦਾ ਆਪਣਾ ਫੈਸਲਾ ਜਿਹੜਾ ਉਹ ਟਾਈਮ ਨਾਲ ਲੈ ਲੈਣ। ਤੇ ਮਿਲਨੇ ਆ ਨੈਕਸਟ ਵੀਡੀਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਅੱਲਾ ਹਾਫਿਜ਼। ਅੱਲਾ ਹਾਫਿਜ਼।